ਗੁਰਪ੍ਰੀਤ ਜੀ, ਬਹੁਤ ਸਿੱਧਾ ਜਿਹਾ ਸਵਾਲ, ਤੁਹਾਡੀ ਨਜ਼ਰ ਦੇ ਨਾਲ ਜਥੇਦਾਰ ਬਦਲੇ ਜਾਂ ਬਦਲੇ ਗਏ ਨੇ? ਦੇਖੋ ਜੀ, ਸ਼੍ਰੀ ਅਕਾਲ ਤਖਤ ਸਾਹਿਬ ਜੋ ਹੁਣ ਤੱਕ ਮੰਨਿਆ ਜਾਂਦਾ ਉਹ ਇਹ ਮੰਨਿਆ ਜਾਂਦਾ ਕਿ ਸਿੱਖਾਂ ਦੀ ਸ਼੍ਰੋਮਣੀ ਜਮਾਤ ਹੈ, ਸੰਸਥਾ ਹੈ, ਸ਼੍ਰੋਮਣੀ ਅਦਾਰਾ, ਜਿੱਥੋਂ ਚੱਲਣ ਵਾਲਾ ਕੋਈ ਵੀ ਹੁਕਮ ਹਰ ਇੱਕ ਨਾਨਕ ਨਾਮ ਲੇਵਾ ਸਿੱਖ ਲਈ ਮੰਨਣਾ ਇੱਕ ਹੁਕਮ ਹੈ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਨਾਲ ਇਹ ਅਕਾਲ ਤਖਤ ਸਾਹਿਬ ਹੋਂਦ ਵਿੱਚ ਆਇਆ ਸੀ। ਤੇ ਪਿਛਲੇ ਕੁਝ ਸਾਲਾਂ ਤੋਂ, ਜਦੋਂ ਤੋਂ ਮੇਰੇ ਪਿਛਲੇ ਵੀਰਾਂ ਨੇ ਗੱਲ ਕੀਤੀ ਹੈ, ਸਤਿਕਾਰਯੋਗ ਪ੍ਰਤੀਯੋਗੀਆਂ ਆਪਣੇ ਹਿੱਸਾ ਲੈਣ ਵਾਲਿਆਂ ਨੇ ਡਿਬੇਟ ਦੇ ਵਿੱਚ, ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਉਦੋਂ ਤੋਂ ਪਹਿਲਾਂ ਇੱਕ ਅਣਲਿਖਿਆ ਵਿਧੀ ਵਿਧਾਨ ਹੁੰਦਾ ਸੀ ਕਿ ਜਿਹੜੇ ਜਥੇਦਾਰ ਹੁੰਦੇ ਸੀ ਸ਼੍ਰੋਮਣੀ ਕਮੇਟੀ ਤੋਂ ਪਹਿਲਾਂ, ਜਿਵੇਂ ਅਕਾਲੀ ਫੂਲਾ ਸਿੰਘ ਜੀ, ਆਪਣੇ ਬਾਬਾ ਹਨੂਮਾਨ ਸਿੰਘ ਜੀ, ਇਹ ਤਾਂ ਉਮਰ ਹੁੰਦੇ ਸੀ ਜੀ, ਬੜਾ ਚੁਣ ਕੇ ਲਾਇਆ ਜਾਂਦਾ ਸੀ, ਤਾਂ ਉਮਰ ਉਹ ਕਰਦੇ ਸੀ ਆਪਣੀ ਮਰਜ਼ੀ ਨਾਲ, ਪੂਰੇ ਜਦੋਂ ਤੱਕ ਉਹਨਾਂ ਦੀ ਜ਼ਿੰਦਗੀ ਰਹਿੰਦੀ ਸੀ ਉਹ ਕਰਦੇ ਸੀ ਡਿਊਟੀ। ਤੇ ਉਹਨਾਂ ਦਾ ਸਤਿਕਾਰ ਇੰਨਾ ਜ਼ਿਆਦਾ ਸੀ, ਮਹਾਰਾਜਾ ਰਣਜੀਤ ਸਿੰਘ ਵਰਗੇ ਬਾਦਸ਼ਾਹ ਉਹਨਾਂ ਦਾ ਹੁਕਮ ਮੰਨ ਕੇ ਆਪਣੇ ਆਪ ਨੂੰ ਕੋੜੇ ਦੀ ਸਜ਼ਾ ਵੀ ਆਪਣੇ ਸਵੀਕਾਰ ਕਰਦੇ ਸੀ। ਤੇ ਅੱਜ ਕੱਲ ਪਿਛਲੇ ਕੁਝ ਸਾਲਾਂ ਤੋਂ ਤਾਂ ਇੰਨਾ ਮਜ਼ਾਕ ਜਿਹਾ ਬਣ ਗਿਆ ਨਾ ਕਿ ਲੋਕਾਂ ਦੇ ਮਨਾਂ ਵਿੱਚੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਤਿਕਾਰ, ਜਿਹੜੀ ਨਵੀਂ ਪੀੜ੍ਹੀ ਹੈ ਉਹਦੇ ਮਨ ਚੋਂ ਤਾਂ ਇਸ ਤਰੀਕੇ ਨਾਲ ਬਿਲਕੁਲ ਚੁੱਕਿਆ ਗਿਆ। ਕਿਉਂਕਿ ਭਾਈ ਰਣਜੀਤ ਸਿੰਘ ਤੋਂ ਮੈਂ ਜੇ ਗੱਲ ਕਰਾਂ, ਜਿੱਧਰ ਭਾਈ ਰਣਜੀਤ ਸਿੰਘ ਹੋਰਾਂ ਨੇ ਇਹੀ ਕਿਹਾ ਸੀ ਕਿ ਆਪਾਂ ਆਪਣੇ 1999 ਦੀ ਜਿਹੜੀ 300 ਸਾਲਾ ਹੈ ਉਹ ਮਨਾ ਰਹੇ ਹਾਂ, ਉਹਦੇ ਵਿੱਚ ਵਿਘਨ ਨਾ ਪਾਓ, ਇਹਨੂੰ ਮਨਾ ਲਈਏ, ਉਹ ਤੋਂ ਬਾਅਦ ਤੁਸੀਂ ਗੱਲ ਕਰ ਲਓ। ਉਹਨਾਂ ਦੀ ਗੱਲ ਨਹੀਂ ਮੰਨੀ ਗਈ, ਜਥੇਦਾਰ ਟੌੜਾ ਨੂੰ ਪਾਸੇ ਕਰ ਦਿੱਤਾ ਗਿਆ ਤੇ ਆਪਣੇ ਭਾਈ ਰਣਜੀਤ ਸਿੰਘ ਨੂੰ ਵੀ ਪਾਸੇ ਕਰ ਦਿੱਤਾ ਗਿਆ। ਉਸ ਤੋਂ ਬਾਅਦ ਐਸੀ ਗੇਮ ਚੱਲੀ ਕਿ ਇੱਕ ਜਥੇਦਾਰ ਸਾਹਿਬ ਨੂੰ ਗੁਨਾਹ ਤੋਂ ਹੁਕਮਨਾਮਾ ਜਾਰੀ ਕਰਨਾ ਪਿਆ। ਉਹਨਾਂ ਤੋਂ ਬਾਅਦ ਵੀ ਇੱਥੇ ਹੋਰ ਜਥੇਦਾਰ, ਮਤਲਬ ਕਿ ਇਹ ਕੋਈ ਗੱਲ ਨਹੀਂ ਹੈਗੀ ਕਿ ਜੇ ਕਿਸੇ ਨੂੰ ਜਥੇਦਾਰ ਦੀ ਕਾਰਜਸ਼ੈਲੀ ਪਸੰਦ ਨਾ ਆਵੇ ਤਾਂ ਉਹਨੂੰ ਬਦਲ ਦਿੱਤਾ ਜਾਵੇ, ਇਹ ਨਹੀਂ ਹੋਣਾ ਚਾਹੀਦਾ। ਔਰ ਦੂਸਰੀ ਗੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਨਿਆ ਅੱਜ ਦਾ ਆਪਾਂ ਕਹਿ ਸਕਦੇ ਹਾਂ ਕਿ ਖਾਲਸਾ ਪੰਥ ਹੈ ਜਿਵੇਂ ਦਾਅਵਾ ਕੀਤਾ ਜਾਂਦਾ, ਪਰ ਮੇਰਾ ਸਵਾਲ ਇਹ ਹੈ ਕਿ ਇਹ ਖਾਲਸਾ ਪੰਥ ਦੀ ਜਿਹੜੀ ਚੋਣ ਹੈ ਉਹ 6 ਸਾਲ ਤੋਂ ਦੀ, ਉਹਨੂੰ ਕਿਵੇਂ ਅਸੀਂ ਜਾਇਜ਼ ਮੰਨੀਏ? ਉਹ ਤਾਂ ਇੱਕ ਤਾਂ ਇਲੀਗਲ ਹੋ ਗਈ ਨਾ, ਜਦੋਂ ਚੋਣ ਹੀ ਨਹੀਂ ਹੋਈ 6 ਸਾਲ ਤੋਂ ਉਹ ਚੱਲੇ ਵਧੀ ਕੂਤੇ ਰਹੇ ਨੇ, ਤਾਂ ਉਹਨਾਂ ਨੂੰ ਕੀ ਹੱਕ ਹੈ ਇਸ ਤਰ੍ਹਾਂ ਉਹ ਕਰਨ ਦਾ? ਨਹੀਂ, ਉਹਦੇ ਵਿੱਚ ਪੁਆਇੰਟ ਇਹ ਵੀ ਹੈ ਨਿਆਮੀਆਂ ਜੀ, ਉਹ ਕਹਿੰਦੇ ਨੇ ਕਿ ਇਲੈਕਸ਼ਨ ਕੌਣ ਰੁਕਵਾ ਰਿਹਾ ਹੈ ਜਾਂ ਕੌਣ ਨਹੀਂ ਹੋਣ ਦੇ ਰਿਹਾ, ਕਿ ਉਹ ਤਾਂ ਰੈਡੀ ਨੇ ਕਿ ਕਰਵਾਓ ਇਲੈਕਸ਼ਨ। ਇਹ ਤਾਂ ਸਮੇਂ ਦੇ ਉੱਤੇ ਤੁਸੀਂ ਵੀ ਖੁਦ ਜਾਣਦੇ ਹੋ ਕਿ ਡਿਮਾਂਡ ਉੱਠਦੀ ਰਹੀ। ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇਹ ਜਿਹੜਾ ਮੁੱਦਾ ਉੱਠਿਆ ਸੀ ਕਿ ਇਲੈਕਸ਼ਨ ਕਰਾਓ, ਇਹਦੇ ਵਿੱਚ ਹਰਿਆਣਾ ਦੇ 11 ਮੈਂਬਰ ਨੇ, ਉਹਨਾਂ ਨੂੰ ਇੱਕ ਤਰ੍ਹਾਂ ਹੁਣ ਪੰਜਾਬ, ਜਿਵੇਂ ਵੀਰ ਜੀ ਨੇ ਗੱਲ ਕੀਤੀ ਹੈ ਦਾਦੂਵਾਲ ਸਾਹਿਬ ਨੇ, ਕਿ ਪੰਜਾਬ ਦੇ ਪੱਧਰ ਦੀ ਸ਼੍ਰੋਮਣੀ ਕਮੇਟੀ ਰਹਿ ਗਈ ਹੈ, ਤੇ ਜਿਹੜੇ ਹਰਿਆਣਾ ਦੇ 11 ਮੈਂਬਰ ਸੀ ਉਹਨਾਂ ਨੂੰ ਕੌਣ ਹਟਾਊਗਾ? ਜਦੋਂ ਤੱਕ ਉਹ ਕਾਨੂੰਨੀ ਤੌਰ ਤੇ ਹਟਾਏ ਨਹੀਂ ਜਾਂਦੇ ਵਿੱਚੋਂ, ਉਹਨਾਂ ਦੀ ਜਗ੍ਹਾ ਆਪਣੇ ਪੰਜਾਬ ਵਾਲਿਆਂ ਦੀ ਅਲੱਗ ਉਹ ਨਹੀਂ ਬਣਦੀ, ਉਦੋਂ ਤੱਕ ਚੋਣ ਹੋ ਹੀ ਨਹੀਂ ਸਕਦੀ, ਕਿਉਂਕਿ ਉਹਨਾਂ ਨੂੰ ਹਟਾਉਣ ਦਾ ਕੰਮ ਪਾਰਲੀਮੈਂਟ ਦਾ, ਤੇ ਪਾਰਲੀਮੈਂਟ ਕੌਣ ਇੰਨਾ ਰਿਸਕ ਲਊਗਾ ਜੀ? ਕੌਣ ਜਾਊਗਾ? ਉਹ ਕਰਾਉਣਾ ਤਾਂ ਇਹਨੇ ਨਹੀਂ ਹੁੰਦਾ ਨਾ, ਇੱਕ ਪ੍ਰਪੋਜ਼ਲ ਤਾਂ ਭੇਜਣੀ ਪੈਂਦੀ ਹੈ ਨਾ ਵੀ ਹਾਂ ਜੀ ਇਹ ਸਾਡੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਮੰਨਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਪ੍ਰਪੋਜ਼ਲ ਭੇਜਣੀ ਚਾਹੀਦੀ ਹੈ ਕਿ ਹਰਿਆਣਾ ਵਾਲੇ ਜੋ 11 ਮੈਂਬਰ ਵਿੱਚੋਂ ਹਟਾਏ ਗਏ ਨੇ, ਵੱਖਰੀ ਕਮੇਟੀ ਬਣੀ ਹੈ, ਤਾਂ ਉਸ ਕੱਢਿਆ ਜਾਵੇ ਤੇ ਜਿਹੜੀ ਪੰਜਾਬ ਲੈਵਲ ਦੀ ਜਿਹੜੀ ਕਮੇਟੀ ਹੈ ਉਹ ਅਲੱਗ ਕੀਤੀ ਜਾਵੇ। ਜਦੋਂ ਉਸ ਤੋਂ ਬਾਅਦ ਚੋਣਾਂ ਵੋਟਾਂ ਬਣਨੀਆਂ, ਉਸ ਤੋਂ ਬਾਅਦ ਚੋਣ ਹੋਣੀ ਹੈ। ਇਹ ਤਾਂ ਲੰਬਾ ਪ੍ਰੋਸੈਸ ਹੈ, ਇਹ ਇੰਨੀ ਜਲਦੀ ਨਹੀਂ ਹੋਣ ਵਾਲਾ। ਇਹ ਤਾਂ ਇੱਕ ਜਿਵੇਂ ਕਹਿੰਦੇ ਨੇ ਟਿੰਡ 'ਚ ਕਾਨਾ ਪਾਉਣਾ, ਟਿੰਡ 'ਚ ਕਾਨਾ ਪਾਉਣ ਵਾਲੀ ਗੱਲ ਹੋਈ ਹੈ, ਹੋਰ ਕੁਝ ਨਹੀਂ ਹੈ। ਠੀਕ ਹੈ। ਹਾਂ, ਜਥੇਦਾਰ ਸਿੰਘ ਜੀ ਆਪਣੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ, ਸਭ ਤੋਂ ਵੱਧ ਅੰਮ੍ਰਿਤਸਰ ਸਾਹਿਬ ਰਹਿੰਦੇ ਸੀ, ਉਹਨਾਂ ਦਾ ਬਹੁਤ ਚਿਰ ਤੋਂ ਰੌਲਾ ਚੱਲ ਰਿਹਾ ਸੀ ਕਿ ਉਹ ਬੜੇ ਯਤਨਸ਼ੀਲ ਨੇ ਕਿ ਮੈਨੂੰ ਬਣਾਇਆ ਜਾਵੇ, ਚਾਹੇ ਹੈੱਡ ਗ੍ਰਾਂਥੀ ਬਣਾ ਦਿਓ ਦਰਬਾਰ ਸਾਹਿਬ ਦੇ ਜਾਂ ਮੈਨੂੰ ਅਕਾਲ ਤਖਤ, ਬਹੁਤ ਚਿਰ ਤੋਂ ਯਤਨਸ਼ੀਲ ਨੇ, ਸਾਨੂੰ ਪਤਾ ਸੀ। ਚਲੋ ਮੈਂ ਰਿਐਕਸ਼ਨ ਲਵਾਂ, ਮੈਂ ਇੱਕ ਰਿਐਕਸ਼ਨ ਲਵਾਂ, ਤੁਹਾਡੀ ਗੱਲ ਬਹੁਤ ਇੰਪੋਰਟੈਂਟ ਹੈ। ਮੈਂ ਭਾਈ ਮਨਜੀਤ ਸਿੰਘ ਜੀ, ਕੇਵਲ ਸਿੰਘ ਜੀ, ਮੈਂ ਤੁਹਾਡੇ ਕੋਲ ਆ ਰਿਹਾ, ਪਹਿਲਾਂ ਭਾਈ ਮਨਜੀਤ ਸਿੰਘ ਜੀ ਦਾ ਰੁਖ ਕਰ ਲਵਾਂ। ਮਨਜੀਤ ਸਿੰਘ ਜੀ, ਐਸਜੀਪੀਸੀ ਜੋ ਵੀ ਤਰਕ ਦੇ ਰਹੀ ਹੈ, ਅੱਜ ਪੈਨਲ ਦੇ ਵਿੱਚ ਜਿੰਨੇ ਵੀ ਲੋਕ ਮੌਜੂਦ ਨੇ ਉਹ ਕੋਈ ਵੀ ਉਸ ਦੇ ਨਾਲ ਇਤਫਾਕ ਨਹੀਂ ਰੱਖ ਰਿਹਾ।
ਹੁਣ ਪੁਆਇੰਟ ਇਹ ਹੈ, ਦੋ ਤਿੰਨ ਚੀਜ਼ਾਂ ਜੇਕਰ ਤੁਸੀਂ ਵੀ ਉਸ ਦੇ ਉੱਤੇ ਗੌਰ ਕਰੋ ਜਾਂ ਫਿਰ ਲੋਕਾਂ ਤੱਕ ਗੱਲ ਪਹੁੰਚਾ ਪਾਓ ਕਿ ਇੱਕ ਤਾਂ ਪੰਜਾਬ ਤੱਕ ਸੀਮਿਤ ਹੋ ਗਈ, ਤੁਸੀਂ ਉਸ ਨੂੰ ਕਿਵੇਂ ਕਹਿ ਸਕਦੇ ਹੋ ਕਿ ਉਹ ਸਾਰਿਆਂ ਨੂੰ ਰਿਪਰੈਜ਼ੈਂਟ ਕਰ ਰਹੀ ਹੈ, ਤੇ ਦੂਜੀ ਗੱਲ ਕਿ 6 ਸਾਲ ਆਲਰੇਡੀ ਹੋ ਗਏ, ਇਲੈਕਸ਼ਨ ਨਹੀਂ ਹੋਏ, ਉਸ ਦੇ ਉੱਤੇ ਵੀ ਕਿੰਤੂ ਪਰੰਤੂ ਹੈ। गौरव जी मेरी आवाज आ रही है? हाँ जी, ਤੁਹਾਡੀ ਆਵਾਜ਼ ਆ ਰਹੀ ਹੈ। आवाज रखी हुई। हाँ जी गौरव जी, मैं बेनती करनी चाहना है कि ਇਹੋ ਹੀ ਗੱਲ ਵਹੀ ਕਹਿ ਰਿਹਾ, ਜਿਸ ਤਰ੍ਹਾਂ ਪਹਿਲਾਂ ਇਲੈਕਸ਼ਨਾਂ ਦੀ ਗੱਲ ਨਿਜ਼ਾਮੀਆਂ ਸਾਹਿਬ ਨੇ ਕਹੀ ਹੈ, ਅਸੀਂ ਕਹਿੰਦੇ ਇਲੈਕਸ਼ਨ ਹੋਵੇ ਔਰ ਸਾਰੇ ਸਿੰਘ ਜਿਹੜੇ ਉਹ ਇਲੈਕਸ਼ਨਾਂ ਲੜਨ। ਇਸ ਵੇਲੇ ਟਾਈਮ ਆ ਜਿਹੜਾ ਸਿੰਘ ਇਲੈਕਸ਼ਨ ਲੜ ਕੇ ਸੇਵਾ ਕਰਨੀ ਚਾਹੁੰਦਾ, ਸਤਿਕਾਰਯੋਗ ਨੇ ਸਾਰੇ, ਉਹ ਇਲੈਕਸ਼ਨਾਂ ਲੜਨ ਔਰ ਇਲੈਕਸ਼ਨਾਂ ਵਿੱਚ ਜਿਹੜੇ ਸਿੰਘਾਂ ਨੂੰ ਸੇਵਾ ਦਾ ਮੌਕਾ ਮਿਲੂਗਾ ਉਹ ਆਣ ਕੇ ਸੇਵਾ ਕਰਨ। ਸਾਨੂੰ ਇਹਦਾ ਕੋਈ ਇਤਰਾਜ਼ ਨਹੀਂ ਹੋ ਸਕਦਾ, ਕੋਈ ਚੰਗੇ ਸਿੰਘ ਆਣ ਕੇ ਸਾਡੇ ਤੋਂ ਵਧੀਆ ਸੇਵਾ ਵੀ ਕਰ ਲੈਣ, ਕਿਉਂਕਿ ਸਿੱਖਾਂ 'ਚ ਬੜੇ ਬੜੇ ਸਿੱਖ ਜਿਹੜੇ ਆ ਸਾਡੇ ਤੋਂ ਵੱਧ ਉਹ ਆਪਣੇ ਮਰਜ਼ਾਦਾ ਪੁਰਸ਼ੋਤਮ ਵੀ ਹੈਗੇ ਆ, ਬਾਣੀ ਵੀ ਵੱਧ ਪੜਨ ਵਾਲੇ ਹੈਗੇ ਆ, ਉਹ ਕਰਨ, ਪਰ ਉਹ ਸੈਂਟਰ ਦਾ ਕੰਮ ਹੈ, ਸਾਡਾ ਕੰਮ ਨਹੀਂ ਹੈਗਾ। ਸੋ ਦੂਸਰੀ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਪਹਿਲਾਂ ਸਾਡੇ ਤੋਂ ਪਟਨਾ ਸਾਹਿਬ ਕਮੇਟੀ ਖੋਲੀ, ਸਾਡੇ ਤੋਂ ਪਟਨਾ ਸਾਹਿਬ ਕਮੇਟੀ ਖੋਲੀ ਆ, ਅਸੀਂ ਆਪ ਹੀ ਸੁਗੜਦੇ ਜਾ ਰਹੇ ਹਾਂ ਵਿਰੋਧਤਾ ਕਰ ਕਰਕੇ, ਇੱਕ ਦੂਜੇ ਦੀ ਵਿਰੋਧਤਾ ਲੱਤਾਂ ਖਿੱਚ ਖਿੱਚ ਕੇ ਇਹੋ ਜਿਹੀਆਂ ਗੱਲਾਂ ਕਰ ਕਰਕੇ, ਤੇ ਅਸੀਂ ਸੈਂਟਰ ਸਰਕਾਰ ਨੂੰ ਆਪ ਹੀ ਮਤਲਬ ਸ਼ਹਿ ਦੇਣ ਡਏ, ਸਾਡੇ ਚੋਂ ਸਿੱਖ ਹੀ ਦੇਣ ਡਏ ਸ਼ਹਿ। ਪਹਿਲਾਂ ਤਾਂ ਸਾਡੇ ਤੋਂ ਪਟਨਾ ਸਾਹਿਬ ਕਮੇਟੀ ਖੁੱਸੀ ਹੈ, ਉਹ ਤੁਹਾਡੇ ਸਾਹਮਣੇ ਆ, ਔਰ ਉਸ ਤੋਂ ਬਾਅਦ ਹਰਿਆਣਾ ਕਮੇਟੀ ਜਿਹੜੀ ਹੈ, ਦਿੱਲੀ ਕਮੇਟੀ ਜਿਹੜੀ ਉਹ ਵੀ ਉੱਥੇ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਨੇ ਆਪਦੇ ਕਬਜ਼ੇ 'ਚ ਕਰ ਲਈ ਹੈ। ਉਸ ਤੋਂ ਬਾਅਦ ਹਰਿਆਣਾ ਕਮੇਟੀ ਵੀ ਉਹਨਾਂ ਨੇ ਆਪਦੇ ਕਬਜ਼ੇ 'ਚ ਕਰ ਲਈ ਹੈ, ਔਰ ਹੁਣ ਉਹਨਾਂ ਦੀ ਨਿਗਾਹ ਜਿਹੜੀ ਹੈ ਨਾ ਉਹ ਹੈਗੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ। ਮੈਨੂੰ ਕੋਈ ਝਿਜਕ ਨਹੀਂ ਕਹਿਣ ਤੇ, ਕਿਉਂਕਿ ਇਹ ਉਤੋਂ ਸਰਕਾਰ ਸਾਰੀ ਗੇਮਾਂ ਚਲਾਉਂਦੀ ਹੈ ਕਿ ਖਾਲਸਾ ਪੰਥ ਦੀ ਵੱਖਰੀ ਹੋਂਦ, ਵੱਖਰੀ ਹਸਤੀ, ਵੱਖਰਾ ਇਹਨਾਂ ਦਾ ਬਾਣਾ, ਵੱਖਰਾ ਇਹਨਾਂ ਦਾ ਜਿਹੜਾ ਇਤਿਹਾਸ, ਇਹਨਾਂ ਦਾ ਗ੍ਰੰਥ, ਇਹਨਾਂ ਦਾ ਪੰਥ, ਇਹਨਾਂ ਦਾ ਤਖਤ, ਔਰ ਜਿਹੜਾ ਉਹਨੂੰ ਸਾਰੇ ਨੂੰ ਰਲ ਗੱਡ ਕਰ ਦਈਏ ਔਰ ਸਿੱਖਾਂ ਦੇ ਰਾਹੀਂ ਕਰੀਏ। ਕਈ ਜਥੇਬੰਦੀਆਂ ਦੇ ਰਾਹੀਂ ਵੀ ਉਹਨਾਂ ਦੀ ਹੈਗੀ ਆ ਮਤਲਬ ਇੱਛਾ ਹੈਗੀ ਆ। ਸੋ ਮੈਂ ਠੀਕ ਹੈ ਤੁਹਾਡਾ ਪੁਆਇੰਟ, ਪਰ ਗੱਲ ਇਹ ਹੈ ਭਾਈ ਮਨਜੀਤ ਜੀ, ਸਾਰੇ ਨਹੀਂ ਮਨਜੀਤ ਸਿੰਘ ਜੀ, ਮੈਂ ਮਾਫੀ ਚਾਹਨਾ ਵਿਚਾਲੇ ਰੋਕ ਰਹੇ ਹਾਂ, ਪਰ ਗੱਲ ਇਹ ਹੈ ਕਿ ਇਹ ਜਿਹੜੇ ਤਰਕ ਨੇ ਤੁਸੀਂ ਲੰਬੇ ਵੇਲੇ ਤੋਂ ਐਸਜੀਪੀਸੀ ਦਿੰਦੀ ਆ ਰਹੀ ਹੈ। ਹੁਣ ਜਿਹੜੇ ਪੰਜਾਬ ਦੇ ਵਿੱਚ ਹੀ ਦਾਦੂਵਾਲ ਸਾਹਿਬ ਬੈਠੇ ਨੇ, ਬੇਸ਼ੱਕ ਹਰਿਆਣਾ ਦੇ ਨਾਲ ਤਾਲੁਕ ਰੱਖਦੇ ਨੇ, ਨਿਆਮੀਆਂ ਜੀ ਬੈਠੇ ਨੇ, ਗਿਆਨੀ ਕੇਵਲ ਸਿੰਘ ਜੀ ਬੈਠੇ ਨੇ, ਇਹ ਗੱਲਾਂ ਇਹ ਕਿਉਂ ਨਹੀਂ ਸਮਝ ਪਾ ਰਹੇ ਜੇ ਐਸਜੀਪੀਸੀ ਸਮਝ ਪਾ ਰਹੀ ਹੈ? ਇਹ ਬਿਲਕੁਲ ਇੱਕ ਅਲੱਗ ਸਟੈਂਡ ਲੈਂਦੇ ਨੇ ਇਸ ਪੂਰੇ ਮਾਮਲੇ ਦੇ ਵਿੱਚ। ਮੈਂ ਇਹ ਬੇਨਤੀ ਕਰਨੀ ਚਾਹਣਾ ਹੈ ਕਿ ਹੋ ਸਕਦਾ ਇਹਨਾਂ ਨੂੰ ਸਾਡੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ ਹੈ, ਚਾਹੇ ਸਾਡੀ ਸੇਵਾ ਹੈ, ਹੋ ਸਕਦਾ ਇਹਨਾਂ ਨੂੰ ਉਹਦੇ ਤੇ ਕੋਈ ਖਦਸ਼ਾ ਹੋਵੇ। ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਵੀ ਹੋ ਸਕਦਾ ਇਹਨਾਂ ਨੂੰ ਸਾਡੇ ਤੇ ਕੋਈ ਸਾਡੀ ਸੇਵਾ ਪਰਿਵਾਰ ਦੇ ਨਾਲ ਖਦਸ਼ਾ ਹੈ, ਕਿਉਂਕਿ ਕਹਿੰਦੇ ਨੇ ਕੋਈ ਵੀ ਦਾਦੂਵਾਲ ਜੀ ਬੈਠੇ ਨੇ, ਕਹਿੰਦੇ ਨੇ ਪਰਿਵਾਰ ਦਾ ਕਬਜ਼ਾ ਹੈ, ਇਹ ਪਰਿਵਾਰ ਦਾ ਕਬਜ਼ਾ, ਇਹ ਸਿੱਧੇ ਇਲਜ਼ਾਮ ਲੱਗਦੇ ਨੇ। ਮੈਂ ਇਹੋ ਹੀ ਬੇਨਤੀ ਕਰਨੀ ਚਾਹੁੰਦਾ, ਹਰਿਆਣੇ 'ਚ ਤਾਂ ਨਹੀਂ ਨਾ ਹੋਣੇਗਾ ਪਰਿਵਾਰ ਦਾ ਕਬਜ਼ਾ, ਹਰਿਆਣੇ ਤਾਂ ਹੁਣ ਆਰਐਸਐਸ ਦਾ ਕਬਜ਼ਾ ਹੈ ਨਾ, ਖੱਟੜ ਸਾਹਿਬ ਦਾ ਹੈਗਾ ਨਾ, ਉੱਥੇ ਤਾਂ ਆਪਣੇ ਉੱਥੇ ਤਾਂ ਨਹੀਂਗਾ, ਪਰ ਦਿੱਲੀ ਦੇ ਵਿੱਚ ਵੀ ਉਹਨਾਂ ਦਾ ਸੈਂਟਰ ਵਾਲਿਆਂ ਦਾ ਕਬਜ਼ਾ ਹੋ ਗਿਆ, ਪਟਨਾ ਸਾਹਿਬ ਵੀ ਹੋ ਗਿਆ, ਔਰ ਇਸੇ ਤਰ੍ਹਾਂ ਹਜ਼ੂਰ ਸਾਹਿਬ ਵੀ ਉਹਨਾਂ ਦਾ ਕਬਜ਼ਾ ਹੋ ਗਿਆ, ਇੱਕੋ ਹੀ ਕਮੇਟੀ ਰਹਿ ਗਈ ਆ। ਮੈਂ ਬੇਨਤੀ ਕਰਨੀ ਚਾਹੁੰਦਾ, ਸਾਰੇ ਸਤਿਕਾਰਯੋਗ ਬੈਠੇ ਆ, ਜਿੱਦਣ ਇਹ ਵੀ ਉਹਨਾਂ ਦੇ ਕਬਜ਼ੇ 'ਚ ਚਲੇਗੀ ਨਾ, ਭਾਵੇਂ ਕਿਸੇ ਤਰ੍ਹਾਂ ਚਲੇਗੀ, ਉਧਰ ਸਿੱਖ ਜ਼ਰੂਰ ਅੱਖਾਂ 'ਚ ਘਸੁੰਨ ਦੇ ਦੇ ਕੇ ਰੋਇਆ ਕਰਨਗੇ ਕਿ ਸਾਡੀ ਸੰਸਥਾ ਹੈ ਜਿਹੜੀ ਸਾਡੀ ਆਵਾਜ਼ ਬੁਲੰਦ ਕਰਦੀ। ਸ਼੍ਰੀ ਅਕਾਲ ਤਖਤ ਸਾਹਿਬ ਸੀ ਔਰ ਸ਼੍ਰੋਮਣੀ ਕਮੇਟੀ ਸੀ, ਸ਼੍ਰੋਮਣੀ ਅਕਾਲੀ ਦਲ ਸੀ। ਇਹ ਮੈਂ ਵਾਅਦੇ ਨਾਲ ਕਹਿਣਾ ਤੁਹਾਡੇ ਚੈਨਲ ਤੋਂ ਬੜੇ ਮਤਲਬ ਕੌਨਫੀਡੈਂਸ ਦੇ ਨਾਲ ਵੀ ਇਹ ਜ਼ਰੂਰ ਇੱਕ ਦਿਨ ਤੇ ਇੱਕ ਨਾ ਦਿਨ ਇਹ ਸਾਰਿਆਂ ਨੂੰ ਬਹਿ ਕੇ ਆਪਾਂ ਨੂੰ ਅੱਖਾਂ 'ਚ ਘਸੁੰਨ ਦੇ ਕੇ ਰੋਣਾ ਜ਼ਰੂਰ ਪਊਗਾ ਵੀ ਇਹ। ਚਲੋ ਮੈਂ ਜਵਾਬ ਲੈ ਲਵਾਂ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਕੇਵਲ ਸਿੰਘ ਦਾ ਰੁਕ ਕਰਨਾ, ਪਰ ਉਸ ਤੋਂ ਪਹਿਲਾਂ ਦਾਦੂਵਾਲ ਸਾਹਿਬ ਦਾ ਇੱਕ ਜਵਾਬ ਲੈ ਲਓ। ਤੁਹਾਡਾ ਪੁਆਇੰਟ ਆਇਆ ਸਰ, ਇਸ ਦੇ ਨਾਲ ਹੀ ਜੁੜਿਆ ਹੋਇਆ ਪੁਆਇੰਟ ਹੈ, ਮੈਂ ਲੈ ਕੇ ਆਉਂਗਾ। ਦਾਦੂਵਾਲ ਸਾਹਿਬ ਤੁਸੀਂ ਪਰਿਵਾਰ ਨੂੰ ਲੈ ਕੇ ਬਹੁਤ ਸਵਾਲ ਚੁੱਕਦੇ ਆਏ ਹੋ ਪਿਛਲੇ ਕੁਝ ਸਮੇਂ ਦੇ ਵਿੱਚ। ਹੁਣ ਗੱਲ ਇਹ ਹੈ, ਉਹ ਸਮਝਾ ਰਹੇ ਨੇ ਕਿ ਸਮਝੋ ਇਸ ਚੀਜ਼ ਨੂੰ ਕਿ ਕਬਜ਼ਾ ਕੀਤਾ ਜਾ ਰਿਹਾ, ਪਟਨਾ ਸਾਹਿਬ ਵਾਲੀ, ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸ ਤੋਂ ਬਾਅਦ ਹਰਿਆਣਾ ਵਾਲੀ, ਕਿ ਤੁਸੀਂ ਨਹੀਂ ਸਮਝ ਪਾ ਰਹੇ, ਜਦੋਂ ਟਾਈਮ ਨਿਕਲ ਗਿਆ ਫਿਰ ਹੱਥ ਕੁਝ ਨਹੀਂ ਰਹਿਣਾ। ਦੇਖੋ, ਮੈਂ ਇੱਕ ਗੱਲ ਇਹਦੇ ਵਿੱਚ ਇਹ ਕਹਿਣੀ ਚਾਹੁੰਦਾ ਕਿ ਜਿਹੜੀਆਂ ਅੱਜ ਗੱਲਾਂ ਕਹਿ ਰਹੇ ਆ, ਰਵਾਇਤਾਂ ਇਹਨਾਂ ਨੇ ਪਾਈਆਂ। ਪੰਜਾਬ ਦੇ ਅੰਦਰ ਬੀਜੇਪੀ ਨੂੰ, ਆਰਐਸਐਸ ਨੂੰ ਕੋਈ ਨਹੀਂ ਸੀ ਜਾਣਦਾ। ਕਿੰਨਾ ਨੇ ਜਾਣਨ ਲਾਇਆ? ਸ਼੍ਰੋਮਣੀ ਅਕਾਲੀ ਦਲ ਨੇ, ਬਾਦਲ ਪਰਿਵਾਰ ਨੇ ਉਹਨਾਂ ਨੂੰ ਲੈ ਕੇ ਆਂਦਾ। ਅੱਜ ਤੱਕ ਉਹਨਾਂ ਦੇ ਨਾਲ ਅਲਾਇੰਸ ਕੀਤੀ, ਉਹਨਾਂ ਦੇ ਨਾਲ ਸਰਕਾਰਾਂ ਮਾਣੀਆਂ। ਅੱਜ ਜੇ ਅਲਾਇੰਸ ਟੁੱਟ ਗਿਆ ਤੇ ਆਰਐਸਐਸ ਮਾੜੀ ਹੋ ਗਈ। ਅੱਜ ਆਰਐਸਐਸ
ਆ ਬੀਜੇਪੀ ਮਾੜੀ ਹੋ ਗਈ, ਉਹ ਮਾੜੀ ਹੈ ਕਿ ਚੰਗੀ, ਇਹ ਗੱਲ ਇੱਕ ਵੱਖਰਾ ਵਿਸ਼ਾ। ਪਰ ਇਹ ਤਾਂ ਨਾ ਕਹਿਣ ਜਿਨ੍ਹਾਂ ਨੇ ਸਰਕਾਰਾਂ ਮਾਣੀਆਂ 10 ਸਾਲ ਦਾ ਰਾਜ ਭਾਗ ਉਹਨਾਂ ਦੇ ਨਾਲ ਕੀਤਾ, ਅੱਜ ਇਹਨਾਂ ਨੂੰ ਦਿੱਲੀ ਤੇ ਵੀ ਉਹ ਕਾਬਜ਼ ਲੱਗਦੇ ਆ, ਹਰਿਆਣੇ ਤੇ ਵੀ ਕਾਬਜ਼ ਲੱਗਦੇ ਆ। ਦੇਖੋ ਹਰਿਆਣੇ 'ਚ ਤਾਂ ਜੇ ਚੋਣਾਂ ਹੋਣੀਆਂ ਨੇ, ਅਡਹੌਕ ਕਮੇਟੀ ਆ 18 ਮਹੀਨਿਆਂ ਵਾਸਤੇ, ਉਹ ਸੁਪਰੀਮ ਕੋਰਟ ਦਾ ਫੈਸਲਾ ਆਇਆ। ਜੇ ਪਹਿਲਾਂ ਇਹ ਨਾ ਸੁਪਰੀਮ ਕੋਰਟ ਜਾਂਦੇ ਤਾਂ ਹੁਣ ਨੂੰ ਚੋਣਾਂ ਹੋਈਆਂ ਹੁੰਦੀਆਂ, ਸੰਗਤਾਂ ਨੁਮਾਇੰਦੇ ਚੁਣ ਕੇ ਭੇਜ ਦਿੰਦੀਆਂ। ਤਾਂ ਹੁਣ ਵੀ ਜਿਹੜਾ ਹੈਗਾ ਉਹ ਆਪਣਾ 18 ਮਹੀਨਿਆਂ ਦਾ ਇੱਕ ਹੈਗਾ ਅਡਹੌਕ ਕਮੇਟੀ ਦਾ ਜਿਹੜਾ ਡਿਬੇਟ ਤੇ ਵੀ ਵਾਪਸ ਆ ਜਾਈਏ, ਕਿਉਂਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ, ਉਹ ਕਮੇਟੀਆਂ ਵਾਲੇ ਪਾਸੇ ਚਲੇ ਜਾਵਾਂਗੇ ਜੀ। ਮੈਂ ਇਹਦੇ ਤੇ ਆਉਣਾ ਚਾਹੁੰਦਾ ਕਿ ਦੇਖੋ ਸਾਡਾ ਨਾ ਤਾਂ ਸ਼੍ਰੋਮਣੀ ਕਮੇਟੀ, ਨਾ ਸ਼੍ਰੋਮਣੀ ਅਕਾਲੀ ਦਲ, ਨਾ ਗਿਆਨੀ ਹਰਪ੍ਰੀਤ ਸਿੰਘ, ਨਾ ਰਘਵੀਰ ਸਿੰਘ ਉਹਨਾਂ ਨਾਲ ਕੋਈ ਵਖਰੇਵਾਂ ਜਾਂ ਵਿਵਾਦ ਆ ਜਾਂ ਕੋਈ ਵਿਅਕਤੀਗਤ ਉਹਨਾਂ ਦਾ। ਬਾਦਲ ਪਰਿਵਾਰ ਦਾ ਵੀ ਨਾਮ ਲੈ ਲਓ, ਦਾਦੂਵਾਲ ਸਾਹਿਬ ਤੁਸੀਂ ਬਹੁਤ ਤਿੱਖੇ ਸ਼ਬਦੀ ਹਮਲੇ ਕਰਦੇ ਹੋ। ਸਿਆਸੀ ਕੁੰਡਾ ਪਾਸੇ ਹੋਣਾ ਚਾਹੀਦਾ ਵਾ। ਇਹ ਸੰਸਥਾਵਾਂ ਆਜ਼ਾਦ ਕੰਮ ਕਰਨ, ਇਹਨਾਂ ਨੂੰ ਆਜ਼ਾਦ, ਜਦੋਂ ਅਕਾਲ ਤਖਤ ਸਾਹਿਬ ਆਜ਼ਾਦ ਹੋ ਗਿਆ, ਨਿਰਪੱਖ ਹੋ ਗਿਆ, ਬਾਕੀ ਸਾਰੀਆਂ ਸੰਸਥਾਵਾਂ ਉਹਨੇ ਇੱਕ ਹੋਰ ਛੋਟਾ ਜਿਹਾ ਸਵਾਲ, ਮੈਂ ਇੱਕ ਹੋਰ ਛੋਟਾ ਜਿਹਾ ਸਵਾਲ ਜਾਣਨਾ ਚਾਹੁੰਦਾ, ਤੁਹਾਨੂੰ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਬਹੁਤ ਨਿਰਪੱਖ ਹੋ ਕੇ ਕੰਮ ਕਰ ਰਹੇ ਸੀ, ਇਸ ਕਰਕੇ ਕੁਰਸੀ ਚਲੀ ਗਈ? ਦੇਖੋ ਗੱਲ ਇੰਨੀ ਨਹੀਂ ਆ ਕਿ ਉਹ ਨਿਰਪੱਖ ਹੋ ਕੇ ਕੰਮ ਕਰ ਰਹੇ ਸੀਗੇ ਜੀ। ਜਦੋਂ ਉਹ ਨਿਰਪੱਖ ਹੋ ਕੇ ਕੰਮ ਕਰਨ ਦੀ ਗੱਲ ਆਈ ਤਾਂ ਬਾਦਲ ਪਰਿਵਾਰ ਨੇ ਪਾਸੇ ਕਰਤੇ। ਜਿੰਨਾ ਚਿਰ ਉਹਨਾਂ ਨੇ ਜੈਸ ਬੌਸ ਬਣ ਕੇ ਕੰਮ ਕੀਤਾ ਉਹਨਾਂ ਚਿਰ ਰਹਿ ਗਏ। ਉੱਥੇ ਜੈਸ ਬੌਸ ਰਹਿ ਸਕਦਾ, ਜਿੱਦਣ ਉਹ ਜੈਸ ਬੌਸ ਤੋਂ ਪਾਸੇ ਹੋਇਆ, ਜਿਸ ਤਰ੍ਹਾਂ ਹਟਾਇਆ ਗਿਆ, ਲਾਇਆ ਗਿਆ, ਤੁਹਾਡੇ ਸਾਹਮਣੇ ਆ। ਜਿਵੇਂ ਨਿਆਮੀਆਂ ਜੀ ਨੇ ਗੱਲ ਕੀਤੀ ਆ ਨਾ, ਜਥੇਦਾਰ ਜੀ ਆਪਣਾ ਭਾਈ ਜੀਤ ਸਿੰਘ ਦੇ ਹਟਾਉਣ ਵੇਲੇ ਤੋਂ ਲੈ ਕੇ 1999 ਤੋਂ ਲੈ ਕੇ ਜਿਹੜਾ ਹੁਣ 2023 ਆ ਗਿਆ, ਇਹ ਜਿਹੜਾ ਪਿਛਲੇ 24 ਸਾਲਾਂ ਦਾ ਜਿਹੜਾ ਸਮਾਂ ਵਾ ਨਾ, ਇਹ ਕਾਰਜਕਾਲ ਜਿਹੜਾ 24 ਸਾਲਾਂ ਦਾ, ਇਹ ਬਹੁਤ ਬੈਡ ਰਿਹਾ ਪੰਥ ਲਈ, ਕੌਮ ਲਈ। ਜਦੋਂ ਤੋਂ ਭਾਈ ਰਣਜੀਤ ਸਿੰਘ ਨੂੰ ਲਾਇਆ ਗਿਆ ਉਦੋਂ ਤੋਂ ਇਹ ਰੁਝਾਨ ਜਿਹੜਾ ਸੀ ਉਹ ਭਾਰੂ ਹੋਇਆ। ਇਹਨੂੰ ਲਾ ਦਿਓ, ਇਹਨੂੰ ਹਟਾ ਦਿਓ, ਆਹ ਜਿਹੜਾ ਬਿਆਨ ਸਾਡੇ ਖਿਲਾਫ ਚਲੇ ਗਿਆ ਹੁਣ ਇਹਦੀ ਬਲੀ ਦੇ ਦਿਓ। ਸੋ ਇਸ ਤਰੀਕੇ ਦੇ ਨਾਲ ਉਹ ਚਾਹੁੰਦੇ ਹੀ ਨਹੀਂ ਕੋਈ ਪੰਥ ਦੇ ਭਲੇ ਦੀ ਗੱਲ ਕੋਈ ਜਥੇਦਾਰ ਕਰੇ, ਕੋਈ ਪ੍ਰਚਾਰਕ ਕਰੇ। ਜਦੋਂ ਕੋਈ ਪੰਥ ਦੇ ਭਲੇ ਦੀ ਗੱਲ, ਕੋਈ ਪੰਥਕ ਏਕਤਾ ਦੀ ਗੱਲ ਕਰਦਾ ਜਾਂ ਪੰਥ ਨੂੰ ਅੱਗੇ ਤੋਰਨ ਦੀ ਗੱਲ ਜਾਂ ਉਹਨਾਂ ਦੀਆਂ ਕਮੀਆਂ ਦੀ ਗੱਲ ਕਰਦਾ ਕਿ ਅਕਾਲੀ ਦਲ ਸਰਮਾਏਦਾਰਾਂ ਦੀ ਪਾਰਟੀ ਬਣ ਕੇ ਰਹਿ ਗਿਆ, ਅਕਾਲੀ ਦਲ 'ਚ ਗਿਰਾਵਟਾਂ ਆ ਗਈਆਂ, ਤਾਂ ਉਸ ਵੇਲੇ ਉਹ ਕਹਿੰਦੇ ਇਹਦੇ ਤੋਂ ਪਾਉਣਾ ਕੀ ਆ, ਸਾਡਾ ਲਾਇਆ ਜਥੇਦਾਰ ਸਮਝਾਉਣ ਲੱਗ ਗਿਆ। ਕਹਿੰਦੇ ਮੈਂ ਜਵਾਬ ਲਵਾਂਗਾ ਉਹਨਾਂ ਤੋਂ, ਮੈਂ ਜਵਾਬ ਲਵਾਂਗਾ, ਪਰ ਪਹਿਲਾਂ ਉਸ ਤੋਂ ਮੈਂ ਇੱਕ ਵਾਰੀ ਸਾਬਕਾ ਜਥੇਦਾਰ ਸਾਡੇ ਨਾਲ ਨੇ ਗਿਆਨੀ ਕੇਵਲ ਸਿੰਘ ਜੀ। ਕੇਵਲ ਸਿੰਘ ਜੀ, ਤੁਸੀਂ ਬਹੁਤ ਸਾਰੇ ਸਵਾਲ ਚੁੱਕੇ ਨੇ, ਪਰ ਇਸ ਵਿਚਾਲੇ ਪੁਆਇੰਟ ਨੰਬਰ 1 ਕਿ SGPC ਲੋਕਾਂ ਦੇ ਵੱਲੋਂ ਚੁਣੀ ਹੋਈ ਹੈ, ਉਹੀ ਜਥੇਦਾਰ ਸਾਹਿਬ ਦੀ ਨਿਯੁਕਤੀ ਕਰਦੀ ਹੈ। ਤੇ ਦੂਜਾ, ਜੇ ਤੁਹਾਨੂੰ ਲੱਗਦਾ ਕਿ ਵਿਧੀ ਵਿਧਾਨ ਕੁਝ ਵੱਖਰਾ ਹੋ ਸਕਦਾ ਤਾਂ ਫਿਰ ਉਹਦੀ ਰੂਪਰੇਖਾ ਕੀ ਹੋਏਗੀ? ਕਿ ਵਾਕਈ ਜੇਕਰ ਇਸ ਤਰੀਕੇ ਨਾਲ ਨਹੀਂ, ਜਾਂ ਫਿਰ ਕਿਹੜੇ ਤਰੀਕੇ ਨਾਲ ਹੋਏਗੀ ਕਿ ਸਾਰੀਆਂ ਜਥੇਬੰਦੀਆਂ ਬੁਲਾ ਲਈਆਂ ਜਾਣ, ਟਕਸਾਲ ਦੇ ਆਗੂ ਬੁਲਾ ਲਏ ਜਾਣ, ਜਿਹੜੀਆਂ ਦਿੱਲੀ ਦੀਆਂ, ਪਟਨਾ ਸਾਹਿਬ ਦੀਆਂ ਜਾਂ ਫਿਰ ਹਰਿਆਣਾ ਦੀ ਕਮੇਟੀ ਹੈ ਉਹਨਾਂ ਦੇ ਨੁਮਾਇੰਦੇ ਬੁਲਾ ਲਏ ਜਾਣ, ਇਸ ਤਰੀਕੇ ਨਾਲ ਹੋਵੇ, ਜਾਂ ਸਰਬਤ ਖਾਲਸਾ ਸੱਦਿਆ ਜਾਵੇ ਫਿਰ ਜਥੇਦਾਰ ਸਾਹਿਬ ਦੀ ਨਿਯੁਕਤੀ ਹੋਵੇ? ਇਹ ਵਿਧੀ ਵਿਧਾਨ ਜੇ ਤੁਸੀਂ ਕਹਿ ਰਹੇ ਹੋ ਕਿ ਇਸ ਦੇ ਉੱਤੇ ਗੌਰ ਕਰਨ ਦੀ ਲੋੜ ਹੈ, ਤਾਂ ਫਿਰ ਉਹ ਕਿਸ ਤਰੀਕੇ ਦਾ ਹੋਵੇ ਵਿਧੀ ਵਿਧਾਨ? ਦੇਖੋ ਜੀ, ਕੌਮ ਦੇ ਅੰਦਰ ਹਰ ਪੱਖ ਦੀ ਚਰਚਾ ਕਰਕੇ ਮਸੌਦੇ ਤਿਆਰ ਕਰਕੇ ਦਿੱਤੇ ਹੋਏ ਨੇ। ਸਭ ਤੋਂ ਪਹਿਲੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ, ਇਹਨੂੰ ਪੰਥ ਦੇ ਅੱਗੇ ਜਵਾਬਦੇਹ ਬਣਨਾ ਚਾਹੀਦਾ ਹੈ। ਜਿਵੇਂ ਮੁੱਦਾ ਉੱਠ ਰਿਹਾ ਹੈ ਕਿ ਅੱਜ 24 ਸਾਲ ਬੀਤ ਗਏ, ਇਹਨਾਂ ਉਸ ਗੱਲ ਦੇ ਉੱਤੇ ਗੌਰ ਕਿਉਂ ਨਹੀਂ ਕੀਤਾ? ਅੱਜ ਜੇ ਦੇਸ਼ ਕਿਉਂ ਨਹੀਂ ਮੰਨਿਆ ਜਾਂਦਾ? ਅੱਜ ਕੀ ਗੱਲ ਹੋ ਗਈ ਹੈ? ਆ ਸਾਡੇ ਸਾਹਮਣੇ ਉਹੀ ਸਵਾਲ ਹੈ ਕਿ ਕੌਮ ਦੇ ਵਿੱਚ ਸਾਰਾ ਕੁਝ ਮੌਜੂਦ ਪਿਆ, ਚੰਗੇ ਸੱਜਣ ਪਏ ਨੇ, ਜਥੇਬੰਦੀਆਂ ਪਈਆਂ ਨੇ ਜਿਨ੍ਹਾਂ ਨੂੰ ਲੈ ਕੇ ਬੈਠਿਆ ਜਾ ਸਕਦਾ ਹੈ। ਇਹ ਅੱਜ ਗੱਲ ਕਿਉਂ? ਫਿਰ ਮੰਨ ਲਓ ਕਿ ਪੰਥ ਮੰਗ ਕਰ ਰਿਹਾ ਸੀ ਪੱਕਾ ਜਥੇਦਾਰ ਚਾਹੀਦਾ, ਤੇ ਚਿੱਠੀ ਪਾਉਂਦੇ, ਅਖਬਾਰ 'ਚ ਇਸ਼ਤਿਹਾਰ ਰੱਖਦੇ ਕਿ ਅਸੀਂ ਪੱਕਾ ਜਥੇਦਾਰ ਨਿਯੁਕਤ ਕਰਨਾ ਚਾਹੁੰਦੇ ਹਾਂ, ਪੰਥ ਆਪਣੀ ਰਾਵਾਂ ਦਿਓ, ਸੁਝਾਅ ਦਿਓ ਜੀ, ਉਹ ਜਥੇਦਾਰ ਕਿਵੇਂ ਲਾਇਆ ਜਾਏ। ਇਹ ਕੀ ਹੋਇਆ ਕਿ 72 ਕਹਿੰਦੇ ਮੀਟਿੰਗ ਸੱਦ ਕੇ ਤੇ ਤੁਸੀਂ ਉਸੇ ਤਰ੍ਹਾਂ ਉਹਨਾਂ ਨੂੰ ਪਾਸੇ ਕਰ ਦਿੱਤਾ। ਨਹੀਂ, ਜਥੇਦਾਰ ਸਾਹਿਬ ਫਿਰ ਹੋ ਸਕਦਾ ਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਕਹਿ ਦਿੱਤਾ ਜਾਵੇ, ਤੁਹਾਨੂੰ ਉਹ ਵਿਧੀ ਵਿਧਾਨ ਪ੍ਰਵਾਨ ਹੋਵੇ, ਪਰ ਹੋ ਸਕਦਾ ਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਹਿ ਦਿੱਤਾ ਜਾਵੇ ਕਿ ਅਖਬਾਰ 'ਚ ਇਸ਼ਤਿਹਾਰ ਤਾਂ ਫਾਰਮੈਲਿਟੀ ਹੈ, ਬਸ ਲਗਾਉਣਾ ਤਾਂ ਉਸ ਨੂੰ ਹੀ ਸੀ ਜਿਸ ਨੂੰ ਪਹਿਲਾਂ ਤੋਂ ਤੈਅ ਕੀਤਾ ਹੋਇਆ ਸੀ। ਅਗਰ ਅਸੀਂ ਸੰਸਥਾ ਪਹੁੰਚ ਚਿੱਠੀ ਪਾ ਕੇ ਕਰ ਸਕਦੇ ਹਾਂ। ਅੱਜ ਈਮੇਲ ਨੰਬਰ ਸਪੈਸ਼ਲ ਜਾਰੀ ਕੀਤਾ ਜਾ ਸਕਦਾ ਹੈ, WhatsApp ਗਰੁੱਪ ਦਿੱਤਾ ਜਾ ਸਕਦਾ ਹੈ। ਕਿਤੇ ਨਾ ਕਿਤੇ ਸੰਸਥਾਵਾਂ ਸਾਡੇ ਪੋਟਿਆਂ ਦੇ ਗਿਣੀਆਂ ਜਾਣ ਵਾਲੀ ਸਾਡੇ ਕੋਲ ਮੌਜੂਦ ਨੇ, ਉਹਨਾਂ ਨੂੰ ਨੁਮਾਇੰਦੇ ਬੁਲਾਏ ਜਾ ਸਕਦੇ ਆ। ਕਿਸੇ ਨਾਲ ਗੱਲ ਤੇ ਕਰਨਾ ਜੀ। ਹੁਣ ਇਹ ਦੱਸੇ ਸ਼੍ਰੋਮਣੀ ਕਮੇਟੀ ਕਿ ਜਥੇਦਾਰ ਰਘਬੀਰ ਸਿੰਘ ਲਾਉਣ ਲੱਗਿਆ, ਕਿਹੜੀ ਸਿੱਖ ਸੰਸਥਾ ਨਾਲ ਇਹਨਾਂ ਨੇ ਸੰਪਰਕ ਕੀਤਾ ਹੈ, ਕਿਹਨੂੰ ਬਾਹਰੋਂ ਆਵਾਜ਼ ਮਾਰੀ ਹੈ? ਜਦੋਂ ਤੁਹਾਡੀ ਨਿਯੁਕਤੀ ਹੋਈ ਫਿਰ ਤੁਸੀਂ ਉਸ ਸਮੇਂ ਨਹੀਂ ਸਵਾਲ ਚੁੱਕੇ ਕਿ ਪਟਨਾ ਸਾਹਿਬ ਦੀ ਕਮੇਟੀ ਨੇ ਪੁੱਛਿਆ ਕਿ ਜਿਹੜੀ ਗੱਲ ਦਿੱਲੀ ਕਮੇਟੀ ਨੂੰ ਪੁੱਛਿਆ, ਕਿਉਂ ਨਹੀਂ ਪੁੱਛਿਆ? ਕਿ ਉਹ ਪੰਥ ਦੀਆਂ ਸੰਸਥਾਵਾਂ ਨਹੀਂ ਹੈਗੀਆਂ। ਇਸ ਕਰਕੇ ਉਹ ਪੰਥ ਦੀਆਂ ਸੰਸਥਾਵਾਂ ਨੇ,
ਉਹਨਾਂ ਨੂੰ ਕਿਉਂ ਨਹੀਂ ਪੁੱਛਿਆ ਗਿਆ, ਉਹਨਾਂ ਨੂੰ ਕਿਉਂ ਪਾਸੇ ਕਰ ਦਿੱਤਾ ਗਿਆ। ਦਿੱਲੀ ਕਮੇਟੀ ਵੀ ਚੁਣ ਕੇ ਆਉਂਦੀ ਹੈ, JNK ਵਿੱਚ ਕਮੇਟੀ ਬਣਦੀ ਉਹ ਵੀ ਚੁਣ ਕੇ ਆਉਂਦੀ, ਉੱਥੇ ਵੋਟਾਂ ਪੈਂਦੀਆਂ ਨੇ। ਸਾਡੇ ਕੋਲ ਬੋਰਡ ਹਜੂਰ ਸਾਹਿਬ ਦਾ ਹੈ, ਪਟਨਾ ਸਾਹਿਬ ਦਾ ਬੋਰਡ ਹੈ, ਉਹ ਸਾਰੇ ਇਦਾਂ ਭਾਵੇਂ ਨਾਮਜ਼ਦ ਹੋਏ ਕਿਤੇ ਵੀ ਤੰਗਣਾ ਹੈ, ਉੱਥੋਂ ਕਿਉਂ ਨਹੀਂ ਪੁੱਛਿਆ ਗਿਆ। ਸਾਡਾ ਸਵਾਲ ਜਿਹੜਾ ਹੈ ਅੱਜ ਜੋ ਨਿਯੁਕਤੀ ਕੌਮ ਦੇ ਜਥੇਦਾਰ ਦੀ ਕੀਤੀ ਜਾ ਰਹੀ ਹੈ, ਨਾ ਕਿ ਸ਼੍ਰੋਮਣੀ ਕਮੇਟੀ ਆਪਣੇ ਕਿਸੇ ਨੁਮਾਇੰਦੇ ਦੀ ਜਾਂ ਆਪਣਾ ਕੰਮ ਚਲਾਊ ਢੰਗ ਸਿਸਟਮ ਦੀ ਨਿਯੁਕਤੀ ਕਰ ਰਹੇ ਨੇ, ਜਾਂ ਨਾ ਕੇਵਲ ਬਾਦਲ ਦਲ ਦੇ ਉਹਨਾਂ ਦੀਆਂ ਨੀਤੀਆਂ ਨੂੰ ਪ੍ਰਚਾਰਨ ਵਾਲੇ ਸੱਜਣ ਨੇ ਨਿਯੁਕਤੀ। ਜੇ ਜਥੇਦਾਰ ਨੇ ਨਿਯੁਕਤੀ ਕੀਤੀ ਜਾਣੀ ਹੈ ਤੇ ਫਿਰ ਜਥੇਦਾਰ ਨੇ ਨਿਯੁਕਤੀ ਪੰਥ ਦੇ ਵਿਧੀ ਵਿਧਾਨ ਮੁਤਾਬਕ ਹੀ ਹੁਣ ਹੋਏਗੀ। ਭਾਈ ਮਨਜੀਤ ਸਿੰਘ ਕਹਿ ਰਹੇ ਸਨ ਕਿ ਭਾਈ ਕੇਵਲ ਸਿੰਘ ਨੇ ਨਿਯੁਕਤੀ ਵੀ ਜਿਹੜੀ ਹੈ ਇਸੇ ਸ਼੍ਰੋਮਣੀ ਕਮੇਟੀ ਨੇ ਕੀਤੀ ਹੈ। ਉਸ ਸਮੇਂ ਦੀ ਸ਼੍ਰੋਮਣੀ ਕਮੇਟੀ ਤੇ ਅੱਜ ਦਾ ਜਿਹੜਾ ਸਾਰਾ ਰੂਪ ਰੇਖਾ ਬਦਲ ਗਈ। ਜਦੋਂ ਰਣਜੀਤ ਸਿੰਘ ਲੱਥਣ ਤੋਂ ਬਾਅਦ ਜੋ ਹਾਲਾਤ ਬਣੇ, ਕੇਵਲ ਸਿੰਘ ਨੇ ਉਦੋਂ ਵੀ ਲਿਖਿਆ ਸੀ ਵਿਧੀ ਵਿਧਾਨ ਬਣਾਏ ਤੋਂ ਬਗੈਰ ਸਿਧਾਂਤਕ ਨਿਯੁਕਤੀਆਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਉਸ ਸਮੇਂ ਸਾਡੇ ਕੋਲ ਫਿਰ 2000 ਦੇ ਵਿੱਚ ਸਾਡੇ ਕੋਲ ਵਿਧਾਂਤੀ ਦੇ ਲਿਖ ਦਿੱਤਾ ਗਿਆ ਕਿਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸਾ ਵੱਟ ਰਹੀ ਹੈ, ਆਲੇ ਕਿਉਂ ਇਸ ਤਰ੍ਹਾਂ ਗੱਲ ਕਰਕੇ ਆਪਣੇ ਆਪ ਨੂੰ ਕੌਮ ਦੇ ਸਾਹਮਣੇ ਹਾਸੋ ਹੋਣੀ ਵਿੱਚ ਜਾ ਰਹੀ ਹੈ। ਦੂਜੀ ਗੱਲ ਉਹਨਾਂ ਦੀ ਗੱਲ ਕੀਤੀ ਤੇ ਅੱਜ ਇਹ ਕਹਿ ਰਹੇ ਨੇ ਕਿ ਭਾਜਪਾ ਚਾਹ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰੀਏ। ਭਾਜਪਾ ਨੇ ਤਾਂ ਪਹਿਲੇ ਕਬਜ਼ਾ ਕੀਤਾ, ਇਹਨਾਂ ਬਾਦਲ ਦਲ ਉੱਤੇ ਕਬਜ਼ਾ 25 ਸਾਲ ਹੋ ਗਏ ਨੇ। ਇਹਨਾਂ ਨੇ ਪੰਥ ਦੀ ਜਿਹੜੀ ਸਾਡੀ ਨੁਮਾਇੰਦਾ ਜਮਾਤ ਸੀ ਸ਼੍ਰੋਮਣੀ ਅਕਾਲੀ ਦਲ, ਉਹਨੂੰ ਪੰਥ ਦਾ ਨਹੀਂ ਰਹਿਣ ਦਿੱਤਾ। ਇਹਨਾਂ ਨੇ ਕੁਰਸੀ ਲਈ ਬਣਾ ਲਿਆ, ਸੱਤਾ ਲਈ ਬਣਾ ਲਿਆ, ਸੱਤਾ ਭੋਗਣ ਲਈ ਬਣਾ ਲਿਆ। ਉਹਦੇ ਮੁਤਾਬਕ ਇਹਨਾਂ ਨੇ ਸ਼੍ਰੋਮਣੀ ਕਮੇਟੀ ਚਲਾਈ ਹੈ। ਉਹਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਕਹਿੰਦਾ ਜੀ ਵਜ੍ਹਾ ਕੀ ਮੰਨਦੇ ਹੋ ਸਰ? ਮੇਰੇ ਕੋਲ ਸਮਾਂ ਪਿੱਛੇ ਬਹੁਤ ਘੱਟ ਹੋਏਗਾ, ਇਸ ਕਰਕੇ ਤੁਹਾਡੇ ਰਿਐਕਸ਼ਨ ਬਹੁਤ ਜ਼ਰੂਰੀ ਨੇ। ਸਾਡੀ ਸਮੱਸਿਆ ਹੀ ਹੈ, ਸਾਡੀ ਬੇਸਿਕ ਤੁਸੀਂ ਵਜ੍ਹਾ ਕੀ ਮੰਨਦੇ ਹੋ ਜੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਖਾਸ ਤੌਰ ਤੇ ਪਿਛਲੇ 24-25 ਸਾਲਾਂ ਦੇ ਵਿੱਚ, ਤੁਸੀਂ ਵਜ੍ਹਾ ਕਿਸ ਨੂੰ ਮੰਨਦੇ ਹੋ?